स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट राजीव भास्कर। भास्कर साहब जी आया। शुक्रिया रंधावा जी। भास्कर साहब, दिन भर ਦੀਆਂ ਘਟਨਾਵਾਂ ਜਿਹੜੀਆਂ ਸਵੇਰ ਤੋਂ ਹੁਣ ਤੱਕ ਵਾਪਰੀਆਂ ਨੇ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੱਥ ਉੱਪਰ ਰੱਖੀ ਫਿਰਦਾ ਹੈ। ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਤਸਵੀਰ ਛਾਇਆ ਹੋਈ ਆ ਹਰੀਸ਼ ਰਾਵਤ ਨਾਲ, ਉਹਦੇ ਵੀ ਆਪਣੇ ਅਰਥ ਲਏ ਜਾ ਸਕਦੇ ਆ। ਨਵਜੋਤ ਸਿੰਘ ਸਿੱਧੂ ਵੱਲੋਂ ਵੱਖ-ਵੱਖ ਲੀਡਰਾਂ ਨੂੰ ਮਿਲਣ ਦਾ ਪੈਂਤੜਾ ਔਰ ਉਹ ਗਰਮਜੋਸ਼ੀ ਉਹ ਸ਼ੋਅ ਕਰਦੀ ਹੈ, ਸਾਬਤ ਕਰਦੀ ਹੈ ਕਿ ਇਸ ਵਾਰੀ ਇਹ ਜਿਹੜੀ ਮੂਵ ਹੈ ਇਹ ਉਹਨੂੰ ਰਾਸ ਆਉਂਦੀ ਨਜ਼ਰ ਆਉਂਦੀ ਹੈ। ਮੈਂ ਤੁਹਾਨੂੰ ਸਿੱਧਾ ਸਵਾਲ ਇਹ ਪੁੱਛਣਾ ਹੈ ਕਿ ਕੈਪਟਨ ਕੈਂਪ ਦੇ ਲਾਲ ਸਿੰਘ, ਸੁਨੀਲ ਜਾਖੜ, ਬਲਵੀਰ ਸਿੰਘ ਸਿੱਧੂ ਤੇ ਹੋਰ ਕਈ ਆਗੂ ਜਿਹੜੇ ਕੈਪਟਨ ਕੈਂਪ ਦੇ ਪੂਰੇ ਵਫਾਦਾਰ ਤੇ ਨੇੜੇ ਮੰਨੇ ਜਾਂਦੇ ਆ, ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਕੀ ਇਹ ਸਮਝ ਲਈਏ ਕਿ ਸਿੱਧੂ ਨੇ ਸਾਧ ਲਏ ਨੇ ਕੈਪਟਨ, ਕਿ ਇਹ ਸਾਰੇ ਲੀਡਰ ਸ਼ਾਮ ਪੈਂਦੇ ਤੱਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਜਾਣਗੇ। ਜੇ ਕੋਈ ਅਨਾਉਂਸਮੈਂਟ ਦੀ ਸੰਭਾਵਨਾ ਬਣਦੀ ਆ ਤਾਂ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹੋ ਸਕਦੇ ਨੇ। ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਪਰਸੋਂ ਤੱਕ ਇੱਕਦਮ ਧੜੇਬੰਦੀ 'ਚ ਚੱਲਦੇ ਸੀ, ਅੱਜ ਉਹਨਾਂ ਨੇ ਕੋਸ਼ਿਸ਼ ਕੀਤੀ ਕੈਪਟਨ ਕੈਂਪ ਦੇ ਬੰਦਿਆਂ ਦੇ ਨਾਲ ਤੁਰਨ ਦੀ, ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਗਲਵਕੜੀਆਂ ਪਾਉਣ ਦੀ, ਗਰਮਜੋਸ਼ੀ ਦਿਖਾਉਣ ਦੀ, ਇਹ ਕਿਸ ਦਿਸ਼ਾ ਨੂੰ ਸਾਰੀ ਗੱਲ ਤੁਰਦੀ ਨਜ਼ਰ ਆਉਂਦੀ ਤੁਹਾਨੂੰ? ਜੇ ਕੱਲ ਤੋਂ ਲੈ ਕੇ ਸ਼ੁਰੂਆਤ ਕੀਤੀ ਜਾਏ, ਜਿਹੜੀ ਸੋਨੀਆ ਗਾਂਧੀ ਉਹਨਾਂ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਮੀਟਿੰਗ ਸੀ ਜਿਹਦੇ ਵਿੱਚ ਹਰੀਸ਼ ਰਾਵਤ ਵੀ ਮੌਜੂਦ ਸੀਗੇ, ਜਦ ਉਸ ਸੋਨੀਆ ਗਾਂਧੀ ਦੀ ਕੋਠੀ ਤੋਂ ਬਾਹਰ ਨਿਕਲਦੇ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਮੀਡੀਆ ਤੋਂ ਕੋਈ ਗੱਲ ਨਹੀਂ ਕਰਦੇ, ਹਰੀਸ਼ ਰਾਵਤ ਵੀ ਕਿਸੇ ਕਿਸਮ ਦਾ ਵੀ ਕੋਈ ਖੁਲਾਸਾ ਨਹੀਂ ਕਰਦੇ। ਸ਼ਾਮ ਹੁੰਦੇ ਹੁੰਦੇ ਇੱਕ ਫਾਰਮੂਲਾ ਨਿਕਲ ਕੇ ਆਉਂਦਾ, ਜਿਸ ਫਾਰਮੂਲੇ ਦਾ ਜ਼ਿਕਰ ਅਸੀਂ ਕੱਲ ਕੀਤਾ ਸੀਗਾ। ਉਸ ਫਾਰਮੂਲੇ ਤੋਂ ਬਾਅਦ ਜਦ ਸਵੇਰ ਤੋਂ ਇਹ ਸਾਰੀ ਐਕਟੀਵਿਟੀਜ਼ ਸ਼ੁਰੂ ਹੁੰਦੀ ਹੈ ਤੇ ਨਵਜੋਤ ਸਿੰਘ ਸਿੱਧੂ ਪੂਰੇ ਮੀਡੀਆ ਦੇ ਨਾਲ ਸਭ ਤੋਂ ਪਹਿਲੇ ਜਾਂਦੇ ਨੇ ਪੰਚਕੂਲਾ। ਉੱਥੇ ਸੁਨੀਲ ਜਾਖੜ ਉਹਨਾਂ ਦੇ ਘਰ, ਉਹਨਾਂ ਦੀ ਇਕੱਲੇ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਹੈ। ਮੀਡੀਆ ਬਾਹਰ ਵੇਟ ਕਰਦਾ ਹੈ। ਮੀਡੀਆ ਨਾਲ ਬਾਹਰ ਨਿਕਲਦੇ ਟਾਈਮ ਉਹ ਬਹੁਤੀ ਗੱਲਬਾਤ ਤੇ ਨਹੀਂ ਕਰਦੇ, ਪਰ ਇਹ ਜ਼ਰੂਰ ਕਹਿੰਦੇ ਨੇ ਕਿ ਵੀ ਸਾਡਾ ਜਿਹੜਾ ਟੀਮ ਹੈ ਉਹ ਹਿੱਟ ਵੀ ਹੈ ਔਰ ਅੱਗੇ ਚੱਲ ਕੇ ਵੀ ਵਧੀਆ ਤਰੀਕੇ ਨਾਲ ਕੰਮ ਕਰੇਗੀ। ਉਹ ਆਪਣੇ ਆਪ ਵਿੱਚ ਇੰਡੀਕੇਸ਼ਨ ਤੇ ਹੈਗਾ ਹੈ ਕਿ ਕਿਤੇ ਨਾ ਕਿਤੇ ਹਰ ਜਗ੍ਹਾ ਹਰ ਜਿਹੜੇ ਲੀਡਰ ਨੇ ਉਹਨਾਂ ਨੂੰ ਇੱਕ ਮੈਸੇਜ ਲੱਗ ਚੁੱਕਿਆ ਹੈ ਕਿ ਸਿੱਧੂ ਹੋਰਾਂ ਹੁਣ ਬੜੀ ਛੇਤੀ ਪ੍ਰਧਾਨ ਐਲਾਨੇ ਜਾਣਗੇ। ਜੋੜੀ ਹਿੱਟ ਵੀ ਰਹੇਗੀ ਤੇ ਫਿੱਟ ਵੀ ਰਹੇਗੀ। ਇਹਦਾ ਮਤਲਬ ਹੈ ਕਿ ਕਾਮਯਾਬੀ ਨਾਲ ਅੱਗੇ ਵਧਾਂਗੇ ਤੇ ਸਿਹਤਮੰਦ ਵੀ ਰਵਾਂਗੇ, ਤੁਰਦੇ ਫਿਰਦੇ ਵੀ ਰਵਾਂਗੇ। ਇਹ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਨਿਸ਼ਾਨਾ ਵੀ ਹੈ ਸਿਹਤ ਨੂੰ ਲੈ ਕੇ। ਸੁਨੀਲ ਜਾਖੜ ਉਹਨਾਂ ਦੇ ਘਰੋਂ ਉਹਨਾਂ ਦੀ ਗੱਡੀ ਨਿਕਲਦੀ ਹੈ ਤੇ ਸਿੱਧਾ ਸੁਖਜਿੰਦਰ ਰੰਧਾਵਾ ਉਹਨਾਂ ਦੇ ਘਰ। ਸੁਖਜਿੰਦਰ ਰੰਧਾਵਾ ਉਹਨਾਂ ਦਾ ਘਰ ਦੇ ਬਾਹਰ ਹੀ ਉਹਨਾਂ ਦੀ ਵੇਟ ਕਰ ਰਹੇ ਹੁੰਦੇ ਨੇ। ਥੋੜੀ ਦੇਰ ਮੀਟਿੰਗ ਕਰਕੇ ਫਿਰ ਉਹ ਜਾਂਦੇ ਨੇ ਨਾਲ ਦੇ ਹੀ ਬਲਬੀਰ ਸਿੱਧੂ ਉਹਨਾਂ ਦੇ ਘਰ। ਫਿਰ ਬਲਬੀਰ ਸਿੱਧੂ ਉਹਨਾਂ ਤੋਂ ਬਾਅਦ ਲਾਲ ਸਿੰਘ ਤੋਂ ਬਾਅਦ ਕਾਂਗੜ ਸਾਹਿਬ, ਯਾਨੀ ਕਾਂਗੜ ਸਾਹਿਬ ਔਰ ਬਲਬੀਰ ਸਿੱਧੂ ਉਹਨਾਂ ਦਾ ਨਾਂ ਜਦ ਇਸ ਲਿਸਟ ਵਿੱਚ ਆਉਂਦਾ ਹੈ ਜਿਨ੍ਹਾਂ ਦੇ ਉਹ ਘਰ ਜਾਂਦੇ ਨੇ, ਉਹ ਕੈਪਟਨ ਕੈਂਪ ਦੇ ਮੰਨੇ ਜਾਂਦੇ ਨੇ। ਉਹ ਇਹ ਮੰਨਿਆ ਜਾਂਦਾ ਵੀ ਕੈਪਟਨ ਸਾਹਿਬ ਦੇ ਖਿਲਾਫ ਨਾ ਉਹਨਾਂ ਨੇ ਪਹਿਲੇ ਕਦੀ ਕੋਈ ਗੱਲ ਕੀਤੀ ਹੈ ਨਾ ਹੁਣ ਕਰਨਗੇ। ਉਹਨਾਂ ਕੋਲ ਵੀ ਸ਼ਾਇਦ ਕੋਈ ਮੈਸੇਜ ਇੱਦਾਂ ਦਾ ਲੱਗ ਗਿਆ ਹੈ ਕਿ ਹੁਣ ਤੇ ਸਿੱਧੂ ਉਹਨਾਂ ਪ੍ਰਧਾਨ ਲੱਗ ਰਹੇ ਨੇ ਔਰ ਪ੍ਰਧਾਨ ਦੇ ਨਾਲ ਮਿਲਣਾ ਕਿਸੇ ਵੀ ਕਾਂਗਰਸ ਲੀਡਰ ਦਾ ਜਾਂ ਤੇ ਉਹ ਬਾਗੀ ਹੋ ਜਾਏ, ਪ੍ਰਧਾਨ ਤੋਂ ਬਾਗੀ ਹੋ ਜਾਏ, ਕਾਂਗਰਸ ਹਾਈਕਮਾਨ ਤੋਂ ਬਾਗੀ ਹੋ ਜਾਏ। ਹਾਈਕਮਾਨ ਦੇ ਕਿਸੇ ਮੈਸੇਜ ਦੇ ਬਾਅਦ ਸਿੱਧੂ ਨੂੰ ਨਾ ਮਿਲਣਾ ਉਹ ਆਪਣੇ ਆਪ ਵਿੱਚ ਕਿਸੇ ਵੀ ਕਾਂਗਰਸੀ ਦੀ ਹਿੰਮਤ ਇੱਦਾਂ ਦੀ ਪੈ ਨਹੀਂ ਸਕਦੀ। ਹੁਣ ਗੱਲ ਹੈ ਹਰੀਸ਼ ਰਾਵਤ ਉਹਨਾਂ ਦਾ ਸਪੈਸ਼ਲ ਚੰਡੀਗੜ੍ਹ ਆਉਣਾ, ਫਿਰ ਉਸ ਤੋਂ ਬਾਅਦ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਬੰਦ ਕਮਰੇ ਦੇ ਵਿੱਚ ਗੱਲਬਾਤ ਕਰਨਾ। ਉਸ ਗੱਲਬਾਤ ਦੀ ਇੱਕ ਫੋਟੋ ਰਿਲੀਜ਼ ਹੋਈ ਹੈ, ਜਿਸ ਫੋਟੋ ਦਾ ਜ਼ਿਕਰ ਤੁਸੀਂ ਹੁਣੇ ਕੀਤਾ ਹੈ। ਉਸ ਫੋਟੋ ਦੇ ਵਿੱਚ ਕਿਸੇ ਵੀ ਜਗ੍ਹਾ ਜਿਹੜਾ ਜੋਸ਼ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਤੇ ਬੋਡੀ ਲੈਂਗੁਏਜ ਦੇ ਉੱਤੇ ਨਜ਼ਰ ਆ ਰਿਹਾ ਸੀਗਾ, ਉਹ ਕੈਪਟਨ ਸਾਹਿਬ ਦੇ ਚਿਹਰੇ ਤੇ ਔਰ ਬੋਡੀ ਲੈਂਗੁਏਜ ਦੇ ਵਿੱਚ ਬਿਲਕੁਲ ਨਜ਼ਰ ਨਹੀਂ ਆ ਰਿਹਾ ਸੀਗਾ। ਔਰ ਸ਼ਾਇਦ ਉਸ ਫੋਟੋ ਖਿਚਾਉਣ ਦੇ ਵਿੱਚ ਵੀ ਕੈਪਟਨ ਸਾਹਿਬ ਬਹੁਤੇ ਕੋਈ ਇੰਟਰਸਟਿਡ ਨਹੀਂ ਸੀਗੇ, ਕਿਉਂਕਿ ਉਹ ਥੱਲੇ ਦੇਖ ਰਹੇ ਨੇ। ਉਸ ਫੋਟੋ ਦੇ ਵਿੱਚ ਦੋ ਫੋਟੋ ਇੱਦਾਂ ਦੀ ਰਿਲੀਜ਼ ਹੋਈ ਹੈ, ਦੋਨਾਂ ਦੇ ਵਿੱਚ ਕੈਪਟਨ ਸਾਹਿਬ ਦੀ ਬੋਡੀ ਦੇ ਵਿੱਚ ਕੋਈ ਗਰਮਜੋਸ਼ੀ ਨਹੀਂ ਹੈਗੀ। ਇਹਦਾ ਮਤਲਬ ਕਿਸੇ ਨਾ ਕਿਸੇ ਜਗ੍ਹਾ ਹਰੀਸ਼ ਰਾਵਤ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਤੇ ਕੀਤੀ ਹੈ, ਪਰ ਨਾਲ ਦੇ ਨਾਲ ਫਰਮਾਨ ਵੀ ਸੁਣਾਇਆ ਹੈ ਕਿ ਅਗਰ ਤੁਸੀਂ ਇਹ ਨਹੀਂ ਮੰਨਦੇ ਤੇ ਫਿਰ ਇਹ ਹੋ ਸਕਦਾ ਹੈ, ਜਿਹਦੇ ਕਰਕੇ ਕੈਪਟਨ ਸਾਹਿਬ ਦੀ ਮਜਬੂਰੀ ਵੀ ਬਣ ਸਕਦੀ ਹੈ ਕਿ ਇਹ ਜਿਹੜਾ ਫਾਰਮੂਲਾ ਹਾਈਕਮਾਨ ਨੇ ਭੇਜਿਆ ਹੈ, ਨਾਲ ਕੁਝ ਰਾਈਡਰਸ ਵੀ ਭੇਜੇ ਨੇ। ਰਾਈਡਰਸ ਦੇ ਵਿੱਚ ਜਾਂ ਇੱਕ ਕਹੀਏ ਕਿ ਕੈਪਟਨ ਸਾਹਿਬ ਨੂੰ ਰਿਲੀਫ ਦੇਣ ਵਾਸਤੇ ਜਿਹੜੇ ਆਉਣ ਵਾਲੇ ਪੋਰਟਫੋਲੀਓ ਦੇ ਵਿੱਚ ਚੇਂਜ ਕਰਨਾ ਉਹਨਾਂ ਨੇ ਜਾਂ ਮੰਤਰੀ ਮੰਡਲ ਦਾ ਵਿਸਤਾਰ ਕਰਨਾ ਹੈ, ਉਹਦੇ ਵਿੱਚ ਉਹਨਾਂ ਨੂੰ ਫ੍ਰੀ ਹੈਂਡ ਦੇਣ ਦੀ ਗੱਲਾਂ ਮੀਡੀਆ ਦੇ ਵਿੱਚ ਪਹਿਲੇ ਹੀ ਚੱਲ ਰਹੀ ਹੈ। ਬਾਕੀ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਜਿਹੜੀ ਟੀਮ ਕੱਲ ਇੱਕ ਫਾਰਮੂਲੇ ਦੇ ਅੰਤਰਗਤ ਅਸੀਂ ਅਨਾਉਂਸ ਕੀਤੀ ਸੀਗੀ, ਉਸ ਫਾਰਮੂਲੇ ਦੇ ਵਿੱਚ ਕੈਪਟਨ ਸਾਹਿਬ ਕੋਈ ਬਦਲਾਵ ਚਾਹਣ ਤੇ ਸ਼ਾਇਦ ਕਰਾ ਸਕਦੇ ਨੇ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ
ਦੁਪਹਿਰ ਤੱਕ ਐਦਾਂ ਦਾ ਕੁਝ ਐਲਾਨ ਹੋ ਸਕਦਾ ਹੈ, ਜਿਸ ਐਲਾਨ ਦੀ ਕਾਫੀ ਟਾਈਮ ਤੋਂ ਲੋਕੀ ਵੇਟ ਕਰ ਰਹੇ ਨੇ ਕਿ ਕੌਣ ਜਿੱਤਿਆ, ਸਿੱਧੂ ਜਾਂ ਕੈਪਟਨ ਸਾਹਿਬ। ਅੱਛਾ, ਵੈਸੇ ਭਾਸਕਰ ਸਾਹਿਬ, ਤੁਹਾਡੀ ਗੱਲ ਕਿਉਂਕਿ ਅੱਗੇ ਵੀ ਜਾਰੀ ਰਹੂਗੀ, ਮੈਂ ਸਿਰਫ ਇਹ ਦੋ ਪਹਿਲੂ ਰੱਖਣੇ ਚਾਹੁੰਦਾ। ਇੱਕ ਤਾਂ ਇਹ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਤਲਬ ਕੀਤਾ ਜਾਂਦਾ ਦਿੱਲੀ ਸੋਨੀਆ ਗਾਂਧੀ ਦੇ ਘਰ ਦੇ ਵਿੱਚ, ਔਰ ਹਰੀਸ਼ ਰਾਵਤ ਨੂੰ ਵੀ, ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਕੁਝ ਪਾਠ ਪੜ੍ਹਾਏ ਜਾਂਦੇ ਆ, ਕੁਝ ਸਬਕ ਸਿਖਾਏ ਜਾਂਦੇ ਆ, ਜਿਹਦੇ ਤੋਂ ਬਾਅਦ ਲਗਭਗ ਅੱਜ ਸਵੇਰ ਤੋਂ ਹੀ ਨਵਜੋਤ ਸਿੰਘ ਸਿੱਧੂ ਜਿਹੜਾ ਹੋਮਵਰਕ ਉਹਨਾਂ ਨੂੰ ਮਿਲਿਆ ਹੋਊਗਾ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਸੀਨੀਅਰ ਕਾਂਗਰਸ ਜਿਹੜੇ ਬਗਾਵਤ ਕਰ ਸਕਦੇ ਆ, ਜਿਹੜੇ ਉਹਨਾਂ ਦੇ ਥੱਲੇ ਕੰਮ ਕਰਨ ਨੂੰ ਤਿਆਰ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਚਿੱਠੀ ਲਿਖੀ ਸੀ, ਸ਼ਾਇਦ ਹਾਈ ਕਮਾਂਡ ਨੇ ਉਹ ਜਿਹੜਾ ਥ੍ਰੈਟ ਸੀ, ਉਹ ਜਿਹੜੀ ਚੇਤਾਵਨੀ ਸੀ, ਉਹ ਜਿਹੜੀ ਇੱਕ ਡਰ ਸੀਗਾ ਕਿ ਕੁਝ ਲੋਕ ਬਗਾਵਤ ਕਰ ਸਕਦੇ, ਉਹਨਾਂ ਸਾਰਿਆਂ ਦੇ ਘਰਾਂ 'ਚ ਸਿੱਧੂ ਨੂੰ ਜਾਣ ਲਈ ਕਹਿਤਾ। ਹੁਣ ਜਦੋਂ ਪੰਜਾਬੀ ਦੀ ਕਹਾਵਤ ਆ ਕਿ ਕੋਈ ਕਿਸੇ ਦੇ ਘਰ ਚੱਲ ਕੇ ਹੀ ਚਲੇ ਜਾਏ ਤਾਂ ਫਿਰ ਬੂਹੇ ਤਾਂ ਢੋਏ ਨਹੀਂ ਜਾਂਦੇ, ਇਹ ਭੇੜੇ ਨਹੀਂ ਜਾਂਦੇ ਬੂਹੇ। ਸੋ ਦਰਵਾਜ਼ਿਆਂ ਦੇ ਅੰਦਰ ਜੱਫੀਆਂ ਪੈਣ ਦਾ ਮਤਲਬ ਹੁੰਦਾ ਕਿ ਅਗਲੇ ਦੀ ਈਗੋ, ਅਗਲੇ ਦੀ ਹਉਮੈ ਸੈਟੀਸਫਾਈ ਹੋ ਗਈ, ਬੰਦਾ ਨਿਊਟਰਲ ਹੋ ਗਿਆ। ਜਿਹੜਾ ਕੈਪਟਨ ਕੈਂਪ ਦਾ ਬੰਦਾ ਹੈ, ਜੇ ਉਹਦੇ ਕੋਲ ਦੂਜੇ ਕੈਂਪ ਦਾ ਵੱਡਾ ਬੰਦਾ ਪਹੁੰਚ ਜਾਂਦਾ ਜਿਹਦੀ ਹਾਈ ਕਮਾਂਡ ਨਾਲ ਨੇੜਤਾ ਸ਼ੋਅ ਹੋ ਰਹੀ ਆ, ਤਾਂ ਕੁਦਰਤੀ ਹੈ ਜਿਹੜਾ ਬੰਦਾ ਇਸ ਤਰ੍ਹਾਂ ਦਾ ਹੁੰਦਾ, ਉਹ ਪਾਵਰ ਦੇ ਸੈਂਟਰ ਦੇ ਵਿੱਚ ਨਿਊਟਰਲਾਈਜ਼ ਕਰਨਾ ਚਾਹੁੰਦਾ ਆਪਣੇ ਆਪ ਨੂੰ ਕਿ ਮੈਂ ਨਾ ਇੱਧਰ ਦਾ ਦਿਸਾਂ ਨਾ ਇੱਧਰ ਦਾ, ਮੈਂ ਸਾਰਿਆਂ ਦਾ ਹੋ ਜਾ, ਜਿੱਧਰ ਤੇ ਹਾਲਾਤ ਬਣੇ ਉਹਦੇ ਨਾਲ ਤੁਰ ਪਾਂਗੇ। ਸੋ ਇਸ ਵੇਲੇ ਸਿੱਧੂ ਦਾ ਇਹ ਦਾ ਕੰਮ ਕਰਦਾ, ਵਰਕ ਕਰਦਾ ਨਜ਼ਰ ਆ ਰਿਹਾ। ਔਰ ਉਧਰ ਕੈਪਟਨ ਅਮਰਿੰਦਰ ਸਿੰਘ, ਜਿਹੜੇ ਕਿ ਤੁਸੀਂ ਦੱਸਿਆ ਹਰੀਸ਼ ਰਾਵਤ ਨਾਲ ਉਹਨਾਂ ਦਾ ਚਿਹਰਾ ਉਹਨਾਂ ਆਭਾ ਵਾਲਾ ਨਹੀਂ ਸੀ, ਉਹ ਦਿਖਾ ਨਹੀਂ। ਇਹਦਾ ਮਤਲਬ ਹੈ ਕਿ ਸ਼ਾਮ ਪੈਂਦੇ ਪੈਂਦੇ ਤੱਕ ਹਰੀਸ਼ ਰਾਵਤ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੈਪਟਨ ਕੈਂਪ ਦੇ ਜਾਖੜ, ਲਾਲ ਸਿੰਘ ਜਾਂ ਬਾਕੀ ਮੰਤਰੀਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਘਰ ਦੇ ਵਿੱਚ ਪਹੁੰਚ ਸਕਦੇ ਆ। ਕੋਈ ਅਨਾਉਂਸਮੈਂਟ ਹੋਵੇ ਨਾ ਹੋਵੇ, ਕੋਈ ਪ੍ਰੈਸ ਕਾਨਫਰੰਸ ਹੋਵੇ ਨਾ ਹੋਵੇ, ਇੱਕ ਮੈਸੇਜ ਕਨਵੇ ਹੋ ਸਕਦਾ। ਜਿਵੇਂ ਇਹ ਫੋਟੋ ਰਿਲੀਜ਼ ਹੋਈ ਹੈ, ਇੱਕ ਫੋਟੋ ਸ਼ਾਮ ਪੈਂਦੇ ਤੱਕ ਰਿਲੀਜ਼ ਹੋਣ ਦੀ ਆਸ ਕਰਨੀ ਬਣਦੀ ਹੈ। ਤੁਹਾਨੂੰ ਲੱਗਦਾ ਕਿ ਸਿੱਧੂ ਥੋੜਾ ਜਿਹਾ ਤਹੱਮਲ, ਸੰਤੁਲਨ ਤੋਂ ਕੰਮ ਲੈ ਰਹੇ ਆ? ਸਿੱਧੂ ਨੂੰ ਪ੍ਰਧਾਨਗੀ ਕਈ ਸ਼ਰਤਾਂ ਤੇ ਮਿਲੀ ਹੋਊਗੀ, ਲੇਕਿਨ ਮੇਰਾ ਨਾਲ ਹੀ ਸਵਾਲ ਫਿਰ ਵੀ ਖੜਾ ਹੈ ਕਿ ਜੇ ਪਾਵਰ ਦੇ ਦੋ ਸੈਂਟਰ ਰਹਿੰਦੇ ਆ, ਇੱਧਰ ਕੈਪਟਨ ਨੂੰ ਫ੍ਰੀ ਹੈਂਡ ਦਿੱਤਾ ਜਾਂਦਾ ਹੈ ਤਾਂ ਉਹ ਆਪਣੀ ਮਰਜ਼ੀ ਚਲਾਉਣੋਂ ਨਹੀਂ ਹਟਣਗੇ, ਤੇ ਜਿਹੜੇ ਉਹਨਾਂ ਦੇ ਨਾਲ ਨਹੀਂ ਖਲੋਤੇ ਉਹਨਾਂ ਦੇ ਖਿਲਾਫ ਉਹ ਜਿੱਦੀ ਇਨਸਾਨ ਨੇ। ਮੇਰਾ ਖਿਆਲ ਆ ਪੰਗਾ ਪਿਆ ਰਹੂਗਾ। ਤੁਹਾਨੂੰ ਲੱਗਦਾ? ਰੰਧਾਵਾ ਜੀ, ਜਿਹੜੀ ਤੁਸੀਂ ਪਹਿਲੇ ਵਾਲੀ ਗੱਲ ਕੀਤੀ ਕਿ ਕੋਈ ਤੁਹਾਡੇ ਘਰ ਆ ਜਾਏ, ਤੁਸੀਂ ਦਰਵਾਜ਼ੇ ਬੰਦ ਨਹੀਂ ਕਰ ਸਕਦੇ, ਭਾਵੇਂ ਉਹ ਕੈਪਟਨ ਕੈਂਪ ਦੇ ਹੀ ਬੰਦੇ ਜਾਣੇ ਜਾਂਦੇ ਹੋਣ, ਬਲਬੀਰ ਸਿੱਧੂ ਹੋਣਾ ਤੇ ਗੁਰਪ੍ਰੀਤ ਕਾਂਗੜ ਹੋਣਾ, ਖਾਸ ਕਰਕੇ ਇਹ ਦੋ ਨਾਂ ਉਦਾਂ ਦੇ ਹੈਗੇ ਨੇ ਜਿਹੜੇ ਕੈਪਟਨ ਸਾਹਿਬ ਦੇ ਬੜੇ ਖਾਸ ਮੰਨੇ ਜਾਂਦੇ ਸੀ। ਹਾਲਾਂਕਿ ਖਾਸ ਤੇ ਸੁਖਜਿੰਦਰ ਰੰਧਾਵਾ ਵੀ ਕਦੀ ਮੰਨੇ ਜਾਂਦੇ ਸੀ, ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖ ਸਰਕਾਰੀਆ, ਜਿਹੜੇ ਅੱਜ ਸਿੱਧੂ ਦੇ ਨਾਲ ਮੀਟਿੰਗਾਂ ਕਰਦੇ ਨੇ। ਦੇਖੋ, ਇਹ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਜਦ ਕਿਸੇ ਨੂੰ ਪ੍ਰਧਾਨ ਹਾਈਕਮਾਨ ਐਲਾਨ ਦਾ ਫੈਸਲਾ ਕਰ ਚੁੱਕੇ, ਉਸ ਤੋਂ ਬਾਅਦ ਕੋਈ ਦੂਰੀਆਂ ਰਹਿੰਦੀ ਨਹੀਂ। ਔਰ ਇਹ ਜਿਹੜੀ ਐਕਸਪਲੇਨੇਸ਼ਨ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਹੁਣੇ ਕਿਹਾ, ਇਹ ਐਕਸਪਲੇਨੇਸ਼ਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ, ਬਲਬੀਰ ਸਿੱਧੂ ਉਹਨਾਂ ਜਾਂ ਗੁਰਪ੍ਰੀਤ ਕਾਂਗੜ ਉਹਨਾਂ ਦੇਣ ਤੇ ਚੱਲਦਾ ਹੈ। ਪਰ ਅਲਟੀਮੇਟਲੀ ਤੁਸੀਂ ਸਿੱਧੂ ਉਹਨਾਂ ਦੀ ਗਰਮਜੋਸ਼ੀ ਦੇਖੋ ਕਿ ਉਹ ਸਵੇਰੇ ਨਿਕਲਦੇ ਨੇ, ਮੀਡੀਆ ਦਾ ਪੂਰਾ ਤਾਮਝਾਮ ਹੁੰਦਾ ਹੈ, ਜਿੱਥੇ ਜਿੱਥੇ ਸਿੱਧੂ ਪਹੁੰਚਦੇ ਨੇ ਮੀਡੀਆ ਪਹਿਲੇ ਹੀ ਪਹੁੰਚਿਆ ਹੁੰਦਾ ਹੈ। ਯਾਨੀ ਇਹ ਸਾਰੀ ਚੀਜ਼ ਪਲੈਨਡ ਹੈ। ਇਹ ਨਹੀਂ ਹੈਗਾ ਕਿ ਵੀ ਚੱਲ 39 ਸੈਕਟਰ ਗਏ ਤੇ ਇਹਦੇ ਵੀ ਘਰ ਹੋ ਜਾਂਦੇ, ਇਹਦੇ ਵੀ ਘਰ ਹੋ ਆਉਂਦੇ ਆ। ਔਰ ਰੰਧਾਵਾ ਉਹਨਾਂ ਆਪਣੇ ਘਰ ਤੋਂ ਪੈਦਲ ਜਾਂਦੇ ਨੇ, ਉਹ ਜਿਹੜੇ ਵੀ ਨਾਲ ਦੇ ਮੰਤਰੀ ਰਹਿੰਦੇ ਨੇ ਉਹਨਾਂ ਦੇ ਘਰ ਪੈਦਲ ਹੀ ਉਹ ਕਾਫਲਾ ਜਾਂਦਾ ਤੇ ਉਹ ਮਿਲ ਕੇ ਫਿਰ ਵਾਪਿਸ ਆਉਂਦੇ ਆ, ਫਿਰ ਰੰਧਾਵਾ ਆਉਂਦੇ ਆ। ਔਰ ਦੂਜੀ ਗੱਲ, ਜਿਹੜੀ ਫੋਟੋ ਦੀ ਗੱਲ ਕੀਤੀ ਜਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਘਰ ਹਰੀਸ਼ ਰਾਵਤ ਉਹਨਾਂ ਦੀ ਮੀਟਿੰਗ ਦੀ ਗੱਲ ਕੀਤੀ, ਇਹਦਾ ਜ਼ਿਕਰ ਜਦ ਮੀਡੀਆ ਦੇ ਨਾਲ ਸੁਖਜਿੰਦਰ ਰੰਧਾਵਾ ਉਹਨਾਂ ਗੱਲ ਕਰ ਰਹੇ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਹੋ ਸਕਦਾ ਹੈ ਸ਼ਾਮ ਤੱਕ ਜਾਂ ਥੋੜੀ ਦੇਰ ਤੱਕ ਅਗਰ ਸਾਨੂੰ ਕੈਪਟਨ ਸਾਹਿਬ ਬੁਲਾਉਣਗੇ ਤੇ ਅਸੀਂ ਕੈਪਟਨ ਸਾਹਿਬ ਦੇ ਘਰ, ਸਿੱਧੂ ਹੋਣਾ, ਮੈਂ ਜਾਂ ਹੋਰ ਵੀ ਮੰਤਰੀ ਸਾਰੇ ਕੈਪਟਨ ਸਾਹਿਬ ਦੇ ਘਰ ਜਾਣ ਵਾਸਤੇ ਤਿਆਰ ਹਾਂ। ਔਰ ਮੈਨੂੰ ਇਸ ਸੂਰਤ ਦੇ ਵਿੱਚ ਜਾਂ ਰਾਜਨੀਤਿਕ ਚਸ਼ਮੇ ਨਾਲ ਦੇਖੋ ਤੇ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਇਹ ਸੀਨ ਬੜੀ ਛੇਤੀ ਦੇਖਣ ਨੂੰ ਮਿਲੇਗਾ। ਔਰ ਅਗਰ ਕੋਈ ਅਨਾਉਂਸਮੈਂਟ ਅੱਜ ਹੁੰਦੀ ਹੈ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਨਾਲ ਬੈਠੇ ਨਜ਼ਰ ਆਣੇ ਚਾਹੀਦੇ ਹੈ ਸਿੱਧੂ ਉਹਨਾਂ ਨਾਲ, ਕਿਉਂਕਿ ਹਾਈਕਮਾਨ ਦੀ ਇਹੀ ਖੁਆਇਸ਼ ਹੈ, ਜਿਹਦੇ ਕਰਕੇ ਹਰੀਸ਼ ਰਾਵਤ ਉਹਨਾਂ ਨੂੰ ਸਪੈਸ਼ਲ ਹੈਲੀਕਾਪਟਰ ਦੇ ਰਾਹੀਂ ਚੰਡੀਗੜ੍ਹ ਭੇਜਿਆ ਗਿਆ ਹੈ। ਔਰ ਇਹਦੇ ਬਾਅਦ ਕੈਪਟਨ ਸਾਹਿਬ ਦੀ ਨਾਰਾਜ਼ਗੀਆਂ ਨੂੰ ਦੂਰ ਕਰਨ ਵਾਸਤੇ ਬੰਦ ਕਮਰੇ ਦੇ ਵਿੱਚ ਕੀ ਫੈਸਲੇ ਹੁੰਦੇ ਨੇ, ਕੀ ਉਹਨਾਂ ਨੂੰ ਐਸ਼ੋਰੈਂਸ ਦਿੱਤੀ ਜਾਂਦੀ ਹੈ, ਕੀ ਸਿੱਧੂ ਨੂੰ ਪਾਠ ਪੜਾਇਆ ਜਾਂਦਾ ਹੈ। ਕਿਉਂਕਿ ਅੱਜ ਜਿਹੜਾ ਸਿੱਧੂ ਨੇ ਕੈਂਪੇਨ ਸ਼ੁਰੂ ਕੀਤੀ ਹੈ ਆਪਣੀ ਵੱਖ-ਵੱਖ ਮੰਤਰੀਆਂ ਦੇ ਘਰ ਜਾਣ ਦੀ, ਇਹ ਇੱਕ ਵੈਲ ਪਲੈਨਡ ਮੂਵ ਹੈ। ਔਰ ਸ਼ਾਇਦ ਸੋਨੀਆ ਗਾਂਧੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਭੇਜੀ ਹੋਈ ਚਿੱਠੀ ਤੋਂ ਬਾਅਦ ਇਹ ਗੱਲ ਉਹਨਾਂ ਤੋਂ ਪੁੱਛੀ ਹੋਏ ਕਿ ਵੀ ਕੀ ਤੁਹਾਡੇ ਨਾਲ ਕੋਈ ਚੱਲਣ ਵਾਸਤੇ ਤਿਆਰ ਹੈ ਜਾਂ ਨਹੀਂ ਹੈ।
ਇਹ ਗੱਲ ਵੀ ਤੁਸੀਂ ਜਰਾ ਸ਼ੋਅ ਕਰੋ। ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੀ ਯੂਨਿਟੀ ਦਿਖਾ ਕੇ ਕੈਪਟਨ ਜਾਂ ਸਿੱਧੂ ਉਹਨਾਂ ਇਸ ਗੱਲ ਨੂੰ ਹੀ ਪ੍ਰੋਜੈਕਟ ਕਰਨਾ ਚਾਹੁੰਦੇ ਨੇ ਕਿ ਵੀ ਕਾਂਗਰਸ ਦੇ ਵਿੱਚ ਕੋਈ ਡਿਫਰੈਂਸਿਸ ਨਹੀਂ ਹੈਗੇ, ਲੀਡਰ ਸਾਰੇ ਇੱਕ ਜਗ੍ਹਾ ਨੇ। ਹਾਂ, ਮੇਰੇ ਡਿਫਰੈਂਸਿਸ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਹੈਗੇ ਨੇ, ਉਹ ਮੁੱਦਿਆਂ ਨੂੰ ਲੈ ਕੇ ਹੈਗੇ ਨੇ, ਔਰ ਉਹਨਾਂ ਮੁੱਦਿਆਂ ਨੂੰ ਹੱਲ ਕਰਾਉਣਾ ਉਹ ਮੈਨੂੰ ਲੱਗਦਾ ਹੈ ਕਿ ਵੀ ਪੰਜਾਬ ਵਾਸਤੇ ਵੀ ਔਰ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਔਰ ਸਿੱਧੂ ਵਾਸਤੇ ਵੀ ਜ਼ਰੂਰੀ ਹੈਗਾ। ਮੈਨੂੰ ਲੱਗਦਾ ਭਾਸਕਰ ਸਾਹਿਬ ਕਿ ਜਿਵੇਂ ਬਹੁਤ ਦੇਰ ਬਾਅਦ ਲਗਭਗ 4.5 ਸਾਲ ਬਾਅਦ ਕਾਂਗਰਸ ਦੀ ਹਾਈ ਕਮਾਂਡ ਨੇ ਪੰਜਾਬ ਮਾਮਲਿਆਂ 'ਚ ਦਖਲ ਦਿੱਤਾ। ਰੌਲਾ ਤਾਂ ਬਹੁਤ ਪੈਂਦਾ ਰਿਹਾ, ਧੂੜ ਉੱਡਦੀ ਰਹੀ, ਲੇਕਿਨ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ ਜਦੋਂ ਇੱਕ ਵਾਰੀ ਇਹ ਮਸਲਾ ਹੱਲ ਕਰਤਾ ਜਾਊਗਾ, ਫਾਰ ਦਾ ਟਾਈਮ ਬੀਇੰਗ ਜੇਕਰ ਵਕਤੀ ਤੌਰ ਤੇ ਇਹ ਦੋਨੇ ਇਕੱਠੇ ਨਜ਼ਰ ਆ ਜਾਂਦੇ ਆ ਹਾਈ ਕਮਾਂਡ ਦੇ ਦਬਾਅ ਥੱਲੇ, ਕਿਉਂਕਿ ਦੋਨਾਂ ਨੂੰ ਆਪਣੇ ਆਪਣੇ ਹਿੱਤ ਪਿਆਰੇ ਆ, ਦੋਨਾਂ ਚੋਂ ਇੱਕ ਦੀ ਸਿਆਸੀ ਮੌਤ ਪੱਕੀ ਸੀਗੀ। ਜੇ ਕੋਈ ਅੜਦਾ, ਜੇ ਦੋਨੇ ਇਕੱਠੇ ਤੁਰਦੇ ਨਜ਼ਰ ਆ ਜਾਂਦੇ ਆ ਤਾਂ ਕੁਝ ਦਿਨਾਂ ਦੇ ਅੰਦਰ ਜਦੋਂ ਮੁੜ ਕੇ ਸਰਕਾਰ ਦੇ ਵਿੱਚ ਨਵੀਆਂ ਐਂਟਰੀਜ਼ ਹੋਣਗੀਆਂ, ਨਵੀਆਂ ਚੇਅਰਮੈਨੀਆਂ ਤੋਂ ਲੈ ਕੇ ਨਵੀਆਂ ਨਾਮਜ਼ਦਗੀਆਂ ਹੋਣਗੀਆਂ, ਤੇ ਫਿਰ ਕੋਈ ਨਾ ਕੋਈ ਸਿਆਪਾ ਖੜਾ ਹੋਊਗਾ। ਜਦੋਂ ਫਿਰ ਮੁੱਦਿਆਂ ਤੇ ਗੱਲ ਹੋਊਗੀ, ਨਸ਼ੇ ਦੇ ਮਾਮਲੇ ਤੇ ਹੋਊਗੀ, ਬੇਅਦਬੀ ਦੇ ਮਾਮਲੇ ਤੇ ਹੋਊਗੀ, ਫਿਰ ਸਿਆਪਾ ਪਊਗਾ। ਫਿਰ ਜਦੋਂ ਕੋਈ ਬੰਦੇ ਦੀ ਸ਼ਾਂਤੀ ਹੋਊਗੀ ਜਿਹੜਾ ਸਿੱਧੂ ਨਾਲ ਫਿਰਦਾ ਰਿਹਾ ਹੋਊਗਾ, ਫਿਰ ਪੰਗਾ ਪਊਗਾ। ਤੁਹਾਨੂੰ ਲੱਗਦਾ ਫਿਰ ਇਹ ਕਲੇਸ਼ ਵੱਡੇ ਪੱਧਰ ਤੇ ਅੱਗੇ ਵਧੂਗਾ, ਕਿਉਂਕਿ ਹਾਈ ਕਮਾਂਡ ਹਰ ਵਾਰ ਦਖਲ ਦੇਣ ਦੀ ਸਥਿਤੀ 'ਚ ਹੈ ਨਹੀਂ, ਨਾ ਉਹ ਦਖਲ ਦਿੰਦੇ ਨੇ, ਨਾ ਉਹਨਾਂ ਨੂੰ ਪਤਾ ਕਿ ਮਸਲੇ ਹੱਲ ਹੋਣ ਵਾਲੇ ਆ। ਸੋ ਅਗਲੇ ਦਿਨਾਂ ਦੇ ਵਿੱਚ ਇਹ ਕਾਂਗਰਸੀ ਪਰੇਸ਼ਾਨੀ ਪੂਰੀ ਸਟੇਟ ਦੀ ਪਰੇਸ਼ਾਨੀ ਬਣੀ ਰਹੂਗੀ। ਸੁਰਖੀਆਂ ਤਾਂ ਬਣੀਆਂ ਰਹਿਣਗੀਆਂ, ਸਾਡੇ ਵਰਗਿਆਂ ਨੂੰ ਤਾਂ ਬੋਲਣ ਲਈ ਇਹਨਾਂ ਮੁੱਦਿਆਂ ਤੇ ਮਸਾਲਾ ਤਾਂ ਮੀਡੀਆ ਦਾ ਮੁੱਖ ਧੁਰਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸਟੇਟ ਦੇ ਮੁੱਦੇ ਜਿਹੜੇ ਆ ਬਹੁਤ ਅਹਿਮ ਮੁੱਦੇ ਆ, ਉਹਨਾਂ ਨੂੰ ਲੈ ਕੇ ਇਹ ਕੋਈ ਬਹੁਤਾ ਚੰਗਾ ਸ਼ਗਨ ਨਹੀਂਗਾ। ਜੇ ਅੱਜ ਵਕਤੀ ਤੌਰ ਤੇ ਇਕੱਠੇ ਤੁਰਦੇ ਵੀ ਨੇ, ਕੱਲ ਕਦੋਂ ਤੱਕ ਇਕੱਠੇ ਰਹਿਣਗੇ? ਬਿਲਕੁਲ ਠੀਕ ਗੱਲ ਹੈਗੀ ਹੈ, ਕਿਉਂਕਿ ਸਿੱਧੂ ਬਨਾਮ ਕੈਪਟਨ ਵਿਵਾਦ ਨੂੰ ਸੁਲਝਾਉਣ ਵਾਸਤੇ ਹਾਈ ਕਮਾਂਡ ਨੇ ਤਕਰੀਬਨ ਮਹੀਨਾ ਲੈ ਲਿਆ। ਮਹੀਨੇ ਡੇਢ ਮਹੀਨੇ ਤੋਂ ਰਾਹੁਲ ਗਾਂਧੀ ਦੀ 3 ਮੈਂਬਰੀ ਪੈਨਲ ਦੀ ਮੀਟਿੰਗਾਂ ਦਾ ਦੌਰ ਇੰਨਾ ਲੰਬਾ ਚਲਾ ਗਿਆ ਕਿ ਹੁਣ ਜਿੱਦਾਂ ਪਹਿਲੇ ਵੀ ਅਸੀਂ ਕਹਿ ਚੁੱਕੇ ਹਾਂ ਕਿ ਸਾਡੇ ਦਰਸ਼ਕ ਬਾਰ-ਬਾਰ ਇਹ ਕਹਿੰਦੇ ਨੇ ਕਿ ਵੀ ਤੁਸੀਂ ਸਿੱਧੂ ਕੈਪਟਨ ਦੀ ਗੱਲਾਂ ਕਰਦੇ ਹੋ, ਬਣਦਾ ਬਣਾਉਂਦਾ ਕੁਛ ਨਹੀਂ। ਜਾਂ ਕੁਝ ਲੋਕ ਇਹ ਵੀ ਪੁੱਛਦੇ ਨੇ ਵੀ ਕੀ ਬਣਿਆ ਸਿੱਧੂ ਦਾ, ਕੁਝ ਸਿੱਧੂ ਜਿੰਦਾਬਾਦ ਕਹਿੰਦੇ ਨੇ, ਕੁਝ ਕਹਿੰਦੇ ਨੇ ਕੈਪਟਨ ਜਿੰਦਾਬਾਦ। ਹੁਣ ਗੱਲ ਹੈ ਵੀ ਕਿ ਅੱਜ ਜਿੱਥੇ ਗੱਲ ਖੜੀ ਹੈ ਔਰ ਜਿੱਥੇ ਸਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਮਨਾਉਣ ਦੇ ਵਿੱਚ ਹਾਈ ਕਮਾਂਡ ਜ਼ਰੂਰ ਕਾਮਯਾਬ ਹੋਏਗਾ ਔਰ ਸਿੱਧੂ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਅੱਗੇ ਗੱਲ ਤੁਰੇਗੀ ਔਰ ਅੱਜ ਸ਼ਾਮ ਤੱਕ ਸ਼ਾਇਦ ਅਨਾਉਂਸਮੈਂਟ ਵੀ ਹੋ ਜਾਏ। ਗੱਲ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪਹਿਲੇ ਵੀ ਅਸੀਂ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਪਾਰਟੀ ਤੋਂ ਅਭੀ ਸ਼ੁਰੂ ਹੋਈ ਹੈ, ਯਾਨੀ ਉਹ ਮੁੱਦੇ ਜਿਹੜੇ ਸਿੱਧੂ ਉਹਨਾਂ ਨੇ ਆਪਣੇ ਸੀਰੀਜ਼ ਆਫ ਇੰਟਰਵਿਊਜ਼ ਦੇ ਵਿੱਚ ਉਠਾਏ ਸੀਗੇ, ਉਹਨਾਂ ਮੁੱਦਿਆਂ ਦੇ ਵਿੱਚ ਸਿੱਧੂ ਉਹਨਾਂ ਨੂੰ ਬੋਲਣਾ ਪਏਗਾ ਔਰ ਕੈਪਟਨ ਉਹਨਾਂ ਨੂੰ ਉਹਨਾਂ ਮੁੱਦਿਆਂ ਤੇ ਬੋਲਣਾ ਉਹ ਕਦੀ ਵੀ ਪਸੰਦ ਨਹੀਂ ਆਏਗਾ। ਅੱਛਾ ਭਾਸਕਰ ਸਾਹਿਬ ਇੱਕ ਬੜਾ ਅਹਿਮ ਨੁਕਤਾ ਮੈਂ ਸਵੇਰ ਦੇ ਪ੍ਰੋਗਰਾਮ 'ਚ ਵੀ ਤੁਹਾਡਾ ਜ਼ਿਕਰ ਕੀਤਾ ਸੀ, ਮਨਪ੍ਰੀਤ ਦੇ ਨਾਲ ਮੈਂ ਜ਼ਿਕਰ ਕੀਤਾ ਸੀਗਾ ਕਿ ਭਾਸਕਰ ਸਾਹਿਬ ਕੋ ਨਸ਼ਿਆਂ ਵਾਲੇ ਮੁੱਦੇ ਦੇ ਉੱਤੇ ਬੜੀ ਅਹਿਮ ਜਾਣਕਾਰੀ ਹੈ। ਕਈ ਸੀਨੀਅਰ ਅਧਿਕਾਰੀਆਂ ਨਾਲ ਤੁਹਾਡੀ ਗੱਲ ਹੁੰਦੀ ਰਹੀ ਹੈ, ਈਡੀ ਦੇ ਖਾਸ ਤੌਰ ਤੇ ਔਰ ਐਸਆਈਟੀ ਨਾਲ ਜੁੜੇ ਕਈ ਫੈਕਟਸ ਤੁਹਾਡੇ ਕੋਲ ਰਹੇ ਆ। ਅੱਜ ਜਦੋਂ ਇੱਕ ਚੁਨੀ ਲਾਲ ਗਾਬਾ ਦੀ ਜ਼ਮਾਨਤ ਹੁੰਦੀ ਆ ਔਰ ਬੜੇ ਸਖਤ ਜਿਹੜੇ ਕਥਨ ਨੇ ਉਹ ਹਾਈ ਕੋਰਟ ਦੇ 2 ਮਾਣਯੋਗ ਜੱਜਾਂ ਦੇ ਨੇ, ਉਹ ਜਿਹੜੇ ਕਥਨ ਨੇ, ਉਹ ਜਿਹੜੀਆਂ ਟਿੱਪਣੀਆਂ ਨੇ, ਉਹ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਹੈ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਨਵਜੋਤ ਸਿੰਘ ਸਿੱਧੂ ਲਈ ਇਹੀ ਕੇਸ ਸੀ। ਸਿੱਧੂ ਡਰੱਗਸ ਮਾਮਲੇ 'ਚ ਸਭ ਤੋਂ ਜ਼ਿਆਦਾ, ਹੁਣ ਉਹ ਬੇਅਦਬੀ ਦੇ ਮਾਮਲੇ 'ਚ ਜ਼ਿਆਦਾ ਬੋਲ ਰਹੇ ਸੀ ਲੇਕਿਨ ਬੁਨਿਆਦੀ ਮੁੱਦਾ ਉਹ ਡਰੱਗਸ ਦਾ ਲੈਂਦੇ। ਸੋ ਜਿਵੇਂ ਚੁਨੀ ਲਾਲ ਗਾਬਾ ਨੂੰ ਜ਼ਮਾਨਤ ਦਿੰਦਿਆਂ ਅਦਾਲਤ ਨੇ ਇਹ ਕਿਹਾ ਕਿ ਇੰਜ ਲੱਗਦਾ ਜਿਵੇਂ ਇਨਵੈਸਟੀਗੇਸ਼ਨ ਅੱਗੇ ਵਧੀ ਨਹੀਂ, ਇਹ ਬਹੁਤ ਪ੍ਰਚਾਰਿਆ ਗਿਆ ਮਾਮਲਾ, ਅੱਗੇ ਵਧਾਇਆ ਹੀ ਨਹੀਂ ਗਿਆ। ਇਹਦਾ ਮਤਲਬ ਹੈ ਕਿ ਇਹ ਜੇ ਪਹਿਲਾਂ ਹੀ ਜੇ ਪ੍ਰਧਾਨਗੀ ਮਿਲ ਜਾਏ ਜਾਂ ਨਾ ਮਿਲ ਜਾਏ, ਸਿੱਧੂ ਨੂੰ ਸਮਰਥਨ ਤਾਂ ਮਿਲ ਹੀ ਰਿਹਾ। ਜੇ ਪਹਿਲਾਂ ਹੀ ਮੁੱਦਾ ਅੜ ਜੇ ਦੋਵਾਂ ਲੀਡਰਾਂ 'ਚ, ਮੁੜ ਕੇ ਸਰਕਾਰ ਔਰ ਪਾਰਟੀ 'ਚ ਔਰ ਵਿਅਕਤੀ ਵਿਸ਼ੇਸ਼ਾਂ ਦੇ ਵਿੱਚ, ਦੋਨਾਂ ਦੇ ਵਿੱਚ, ਕੈਪਟਨ ਔਰ ਸਿੱਧੂ 'ਚ, ਤੁਹਾਨੂੰ ਲੱਗਦਾ, ਮੈਂ ਉਹ ਤੱਥ ਵੀ ਤੁਹਾਡੇ ਤੋਂ, ਕਿਉਂਕਿ ਤੁਸੀਂ ਮੇਰੇ ਨਾਲ ਗੈਰ ਰਸਮੀ ਗੱਲਬਾਤ 'ਚ ਦੱਸਿਆ ਸੀਗਾ ਕਿ ਸਟੇਟਸ ਰਿਪੋਰਟਸ ਈਡੀ ਦੀਆਂ ਵੀ ਪਈਆਂ ਨੇ ਤੇ ਸਟੇਟਸ ਰਿਪੋਰਟਸ ਹਾਈ ਕੋਰਟ ਦੇ ਵਿੱਚ ਐਸਟੀਐਫ ਹਰਪ੍ਰੀਤ ਸਿੱਧੂ ਵਾਲੀ ਤੇ ਚੱਟੋਪਾਧਿਆਏ ਵਾਲੀ ਵੀ ਪਈ ਹੈ। ਕੀ ਕਹਿੰਦੇ ਹੋ? ਰੰਧਾਵਾ ਜੀ, 2013 ਦੇ ਵਿੱਚ ਇਹ ਕੇਸ ਸੀਗਾ। ਤੁਹਾਨੂੰ ਯਾਦ ਹੋਏਗਾ ਜਗਦੀਸ਼ ਭੋਲਾ ਜਿਹੜਾ ਪੁਰਾਣਾ ਡੀਐਸਪੀ ਸੀਗਾ, ਰਿਟਾਇਰਡ ਫਾਰਮਰ ਡੀਐਸਪੀ ਸੀਗਾ ਪੰਜਾਬ ਪੁਲਿਸ ਦੇ ਵਿੱਚ, ਉਹਨਾਂ ਕੋਰਟ ਦੇ ਵਿੱਚ ਜਾਂਦੇ ਹੋਏ ਇੱਕ ਬਿਆਨ ਦਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇੱਕ ਅਕਾਲੀ ਲੀਡਰ ਦਾ ਨਾਂ ਲਿੱਤਾ ਸੀਗਾ ਜੀ। ਉਸ ਤੋਂ ਬਾਅਦ ਈਡੀ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ। ਈਡੀ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪੁੱਛਗਿੱਛ ਵਾਸਤੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਸਿਰਫ ਇੱਕ ਵਾਰ ਬੁਲਾਇਆ ਗਿਆ। ਉਸ
ਇੱਕ ਵਾਰ ਬੁਲਾਏ ਗਏ ਜਾਂ ਸੰਮਨ ਦੇਣ ਤੋਂ ਬਾਅਦ ਮਜੀਠੀਆ ਉਹਨਾਂ ਪੇਸ਼ ਵੀ ਹੋਏ ਸੀਗੇ, ਪਰ ਉਸ ਪੁੱਛਗਿੱਛ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। ਉਸ ਤੋਂ ਬਾਅਦ ਵੀ ਸੰਮਨ ਇਸ਼ੂ ਕੀਤੇ ਗਏ। ਸਰਕਾਰ ਭਾਜਪਾ ਦੀ ਹੁੰਦੀ ਸੀਗੀ ਕੇਂਦਰ ਦੇ ਵਿੱਚ ਤੇ ਅਕਾਲੀ ਭਾਜਪਾ ਦੀ ਹੁੰਦੀ ਸੀਗੀ ਪੰਜਾਬ ਦੇ ਵਿੱਚ, ਤੇ ਬਚਾਉਣ ਵਾਲੇ ਬਹੁਤ ਸੀਗੇ, ਔਰ ਉਸ ਬਚਾਉਣ ਦੇ ਚੱਕਰ ਵਿੱਚ ਅੱਜ ਤੱਕ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ। ਜਿਹੜੀ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਗਈ ਉਹ ਅੱਜ ਵੀ ਹਾਈ ਕੋਰਟ ਦੇ ਵਿੱਚ ਪਈ ਹੈ। ਸਟੇਟਸ ਰਿਪੋਰਟ ਵੀ 2019 ਦੇ ਵਿੱਚ ਵੀ ਇੱਕ ਸਬਮਿਟ ਹੋਈ ਹੈ ਰਿਪੋਰਟ, ਜਿਹਦੇ ਵਿੱਚ ਉਸ ਕੇਸ ਦੀ ਸਟੇਟਸ ਰਿਪੋਰਟ ਰੱਖੀ ਹੋਈ ਹੈ। ਅਫਸਰ ਚੇਂਜ ਹੁੰਦੇ ਗਏ। ਉਹ ਨਿਰੰਜਨ ਸਿੰਘ ਉਹਨਾਂ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਹੁਣ ਉਸ ਡਿਪਾਰਟਮੈਂਟ ਤੋਂ ਰਿਟਾਇਰ ਹੋ ਚੁੱਕੇ, ਪਰ ਰਿਟਾਇਰ ਹੋਣ ਤੋਂ ਪਹਿਲੇ ਬਹੁਤ ਸਾਰੀ ਇਦਾਂ ਦੀ ਗੱਲਾਂ ਸੀਗੀ ਜਿਹੜਾ ਕੋਰਟ ਦੀ ਮੋਨੀਟਰਿੰਗ ਦੇ ਵਿੱਚ ਜਿਹਦੀ ਇਨਵੈਸਟੀਗੇਸ਼ਨ ਹੋਈ, ਪਰ ਕੋਈ ਸਿੱਟਾ ਨਹੀਂ ਨਿਕਲਿਆ। ਜਿੱਦਾਂ ਮੈਂ ਪਹਿਲੇ ਕਹਿ ਰਿਹਾ ਕਿ ਪਹਿਲੇ ਭਾਜਪਾ ਦੇ ਭਾਈਵਾਲ ਹੁੰਦੇ ਸੀਗੇ ਅਕਾਲੀ ਦਲ, ਉਹ ਵੀ ਸੀਨੀਅਰ ਭਾਈਵਾਲ ਪੰਜਾਬ ਦੇ ਵਿੱਚ ਬਹੁਤ ਕੁਝ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਬਚਾਉਣ ਵਾਲੇ ਨਾਲ ਨਹੀਂ ਹੈਗੇ। ਜੇ ਉਹ ਲਿਫਾਫਾ, ਉਹ ਸਟੇਟਸ ਰਿਪੋਰਟ ਅੱਜ ਵੀ ਖੁੱਲ ਜਾਏ ਤੇ ਸ਼ਾਇਦ ਅਕਾਲੀ ਦਲ ਵਾਸਤੇ ਜਾਂ ਬਿਕਰਮ ਸਿੰਘ ਮਜੀਠੀਆ ਵਾਸਤੇ ਇੱਕ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ। ਉਸ ਰਿਪੋਰਟ ਦੇ ਹਿਸਾਬ ਨਾਲ, ਉਸ ਈਡੀ ਦੀ ਰਿਪੋਰਟ ਦੇ ਬੇਸ ਤੇ ਐਸਟੀਐਫ ਨੇ ਵੀ ਇੱਕ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਸੀ। ਕਿਹਾ ਜਾਂਦਾ ਸੀਗਾ ਉਹ ਬੰਦ ਲਿਫਾਫਾ ਹੈ। ਬੰਦ ਲਿਫਾਫਾ ਸਰਕਾਰ ਨੂੰ ਭੇਜ ਦਿੱਤਾ ਗਿਆ ਐਕਸ਼ਨ ਟੇਕਨ ਰਿਪੋਰਟ ਵਾਸਤੇ। ਸਰਕਾਰ ਨੇ ਵੀ ਇੱਕ ਬੰਦ ਲਿਫਾਫਾ ਉਹ ਐਕਸ਼ਨ ਟੇਕਨ ਰਿਪੋਰਟ ਦੇ ਕਰਕੇ ਕੋਰਟ ਵਿੱਚ ਸਬਮਿਟ ਕਰਤਾ। ਉਹ ਕੀ ਐਕਸ਼ਨ ਲਿੱਤਾ ਗਿਆ ਅੱਜ ਤੱਕ ਇਹਦਾ ਕੋਈ ਖੁਲਾਸਾ ਨਹੀਂ ਹੋਇਆ ਕਿ ਸਰਕਾਰ ਨੇ ਉਸ ਐਸਟੀਐਫ ਦੀ ਰਿਪੋਰਟ ਦੇ ਉੱਤੇ ਐਕਸ਼ਨ ਕੀ ਲਿੱਤਾ। ਉਹ ਮੁੱਦੇ ਵੀ ਹੁਣ ਖੁੱਲਣਗੇ। ਜੇ ਸਿੱਧੂ ਪ੍ਰਧਾਨ ਬਣ ਗਿਆ ਤੇ ਸਿਰਫ ਪ੍ਰਧਾਨਗੀ ਦੀ ਗੱਲ ਨਹੀਂ ਹੈ, ਉਹ ਉਹਨਾਂ ਮੁੱਦਿਆਂ ਦਾ ਹਿਸਾਬ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਗੇ। ਜੇ ਉਹ ਨਹੀਂ ਪੁੱਛਣਗੇ ਤੇ ਲੋਕ ਸਿੱਧੂ ਨੂੰ ਪੁੱਛਣਗੇ ਕਿ ਜਿਹੜੇ ਮੁੱਦੇ ਤੁਸੀਂ ਉਠਾਏ ਸੀਗੇ ਉਹਨਾਂ ਮੁੱਦਿਆਂ ਦੇ ਉੱਤੇ ਸਿੱਧੂ ਸਾਹਿਬ ਤੁਸੀਂ ਕੀਤਾ ਕੀ? ਤੁਸੀਂ ਏਜੰਡਿਆਂ ਦੀ ਗੱਲ ਕਰਦੇ ਸੀ, ਤੁਸੀਂ ਮਾਫੀਆ ਦੀ ਗੱਲ ਕਰਦੇ ਸੀ, ਤੁਸੀਂ ਟਰਾਂਸਪੋਰਟ ਮਾਫੀਆ ਦੀ ਗੱਲ ਕਰਦੇ ਸੀ, ਤੁਸੀਂ ਡਰੱਗ ਬੇਅਦਬੀ ਦੇ ਮੁੱਦਿਆਂ ਦਾ ਟਵੀਟ ਕਰ ਕਰਕੇ ਛੱਡਦੇ ਸੀ। ਹੁਣ ਉਹ ਸਾਰੇ ਟਵੀਟ ਸ਼ਾਂਤ ਹੋ ਗਏ। ਪਹਿਲੇ ਤੇ ਟਵੀਟ ਕਰਕੇ ਕੰਮ ਚੱਲ ਜਾਂਦਾ ਸੀਗਾ। ਪ੍ਰਧਾਨਗੀ ਲੈਣ ਤੋਂ ਬਾਅਦ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਿੱਧੂ ਉਹਨਾਂ ਨੂੰ ਵੀ ਜਵਾਬ ਦੇਣਾ ਪਏਗਾ, ਔਰ ਸਿੱਧੂ ਉਹਨਾਂ ਇਹ ਜਵਾਬ ਸਰਕਾਰ ਤੋਂ ਮੰਗਣਗੇ। ਸਰਕਾਰ ਦੇ ਵਾਸਤੇ ਆਸਾਨ ਨਹੀਂ ਹੋਏਗਾ ਇਹਨਾਂ ਮੁੱਦਿਆਂ ਦਾ ਜਵਾਬ ਦੇਣਾ। ਔਰ 75-25 ਦੀ ਰਾਜਨੀਤੀ ਜਿਹਦਾ ਇਲਜ਼ਾਮ ਸਿੱਧੂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਲਾਇਆ ਸੀਗਾ, ਉਸ ਇਲਜ਼ਾਮ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਕਿੱਦਾਂ ਬਚਣਗੇ, ਕਿੱਦਾਂ ਆਪਣੇ ਆਪ ਨੂੰ ਪਾਕ ਸਾਫ਼ ਸਾਬਿਤ ਕਰਨਗੇ, ਇਸ ਗੱਲ ਦੀ ਚਿੰਤਾ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਕੈਪਟਨ ਸਾਹਿਬ ਨੂੰ ਸਤਾ ਰਹੀ ਹੈ। ਔਰ ਇਹੀ ਅੜਚਨਾ ਹੈਗੀ ਹੈ ਕਿ ਵੀ ਜੇ ਅੱਜ ਵੀ ਹਰੀਸ਼ ਰਾਵਤ ਉਹਨਾਂ ਦੇ ਨਾਲ ਕੈਪਟਨ ਉਹਨਾਂ ਦੀ ਮੀਟਿੰਗ ਹੋਣਗੀ ਤੇ ਉਹਦੇ ਵਿੱਚ ਵੀ ਸ਼ਾਇਦ ਇਹ ਮੁੱਦੇ ਉੱਠਣ ਕਿ ਵੀ ਇੱਦਾਂ ਦੇ ਔਖੇ ਸਵਾਲ ਮੈਨੂੰ ਨਾ ਪੁੱਛੇ ਸਿੱਧੂ। ਜੇ ਸਿੱਧੂ ਨੇ ਪ੍ਰਧਾਨ ਬਣਨਾ ਹੈ ਤਾਂ ਚੁੱਪ ਕਰਕੇ ਆਪਣੀ ਪ੍ਰਧਾਨਗੀ ਚਲਾਏ, ਮੈਨੂੰ ਇੱਦਾਂ ਦੇ ਸਵਾਲ ਅੱਗੇ ਚੱਲ ਕੇ ਨਾ ਪੁੱਛੇ। ਪਰ ਇਹ ਗੱਲ ਮੈਨੂੰ ਨਹੀਂ ਲੱਗਦਾ ਕਿ ਸਿੱਧੂ ਮੰਨਣਗੇ। ਬਹੁਤ ਵੱਡਾ ਸਵਾਲ ਹੈ ਕਿ ਕੀ ਸਿੱਧੂ ਜਿੱਤ ਗਏ ਔਰ ਪੰਜਾਬ ਹਾਰ ਗਿਆ? ਜੇ ਸਿੱਧੂ ਸਮਝੌਤੇ ਦੀ ਰਾਜਨੀਤੀ ਤੇ ਚੱਲਦੇ ਆ, ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਜੇਕਰ ਉਹ ਆਪਣੀ ਪੂਰੀ ਪਾਰਟੀ ਨੂੰ ਖੁਸ਼ ਕਰਦੇ ਆ ਤਾਂ ਜਿਹੜਾ ਸਿਆਸਤਦਾਨਾਂ ਤੇ ਦੋਸ਼ ਆਉਂਦਾ ਹੈ, ਜਿਹੜਾ ਮਾਈਨਿੰਗ ਤੋਂ ਲੈ ਕੇ ਨਸ਼ਿਆਂ ਤੋਂ ਲੈ ਕੇ ਟਰਾਂਸਪੋਰਟ ਮਾਫੀਆ ਤੋਂ ਲੈ ਕੇ ਹਰ ਮਾਫੀਆ ਤੱਕ ਦੀ ਸਰਪ੍ਰਸਤੀ ਕਿਸੇ ਨਾ ਕਿਸੇ ਸਿੱਧੇ ਜਾਂ ਸਿੱਧੇ ਰੂਪ ਚ ਪੋਲੀਟੀਸ਼ੀਅਨ ਤੇ ਦੋਸ਼ ਆਉਂਦੇ ਆ, ਉਹ ਕੋਈ ਵੀ ਹੈਗੇ ਆ ਪੁਰਾਣੇ ਜਾਂ ਨਵੇਂ, ਉਹਨਾਂ ਨੂੰ ਬਚਾਉਣ ਦੀ ਆੜ ਚ ਜੇ ਸਿੱਧੂ ਚੁੱਪ ਕਰੂਗਾ ਕਿ ਯਾਰ ਹੁਣ ਮੈਂ ਫਲਾਣੇ ਦਾ ਵੀ ਲਿਹਾਜ਼ ਕਰ ਲਾਂ, ਫਲਾਣੇ ਦਾ ਵੀ ਦਿਲ ਰੱਖ ਲਾਂ, ਉਹਦਾ ਆਹ ਮਾਮਲਾ ਉਠਾਇਆ ਤੇ ਫਲਾਣਾ ਫਸਦਾ ਹੈ, ਇਹਦਾ ਉਠਾਇਆ ਤੇ ਫਲਾਣਾ ਫਸਦਾ ਹੈ, ਫਿਰ ਸਿੱਧੂ ਆਪ ਫਸ ਜਾਊਗਾ। ਔਰ ਇਸ ਵੇਲੇ ਸਭ ਤੋਂ ਵੱਡਾ ਸਵਾਲ ਸੀ ਕਿ ਸਿੱਧੂ ਕਾਂਗਰਸ ਪ੍ਰਧਾਨ ਵਜੋਂ ਪਰਫਾਰਮ ਕਰ ਸਕੂਗਾ ਕਿ ਨਹੀਂ। ਨੌਜਵਾਨ ਹੈਗੇ ਆ ਔਰ ਉਹਨਾਂ ਦੇ ਅੰਦਰ ਜੋਸ਼ ਹੋ ਸਕਦਾ, ਲੇਕਿਨ ਜੋਸ਼ ਦੇ ਨਾਲ ਜ਼ਿੰਮੇਵਾਰੀ ਬਹੁਤ ਵੱਡੀ ਹੈ। ਇਸ ਤੋਂ ਅਗਲਾ ਸਵਾਲ ਖੜਾ ਹੋਣਾ ਹੈ ਕਿ ਜਦੋਂ ਅੱਗੇ ਜਾ ਕੇ ਬਿਊਰੋਕ੍ਰੇਸੀ ਦੇ ਵਿੱਚ ਬਦਲੀਆਂ ਦੇ ਮਾਮਲੇ ਆਉਂਦੇ ਆ, ਜਦੋਂ ਅਫਸਰ ਲਾਏ ਜਾਂਦੇ ਆ, ਡੀਸੀ ਐਸਐਸਪੀ ਲਾਏ ਜਾਂਦੇ ਆ, ਉਹ ਸਰਕਾਰ ਨੇ ਲਾਉਣੇ ਹੁੰਦੇ ਆ। ਪਾਰਟੀ ਸੰਗਠਨ ਇਹ ਚਾਹੁੰਦਾ ਹੈ ਕਿ ਉਹਨਾਂ ਦੇ ਵਰਕਰਾਂ ਦੀ, ਉਹਨਾਂ ਦੇ ਲੀਡਰਾਂ ਦੀ ਗੱਲ ਸੁਣੀ ਜਾਵੇ। ਹਰ ਹਲਕੇ 'ਚ, ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਥੱਲੇ ਤੱਕ ਦੇ ਵਰਕਰ ਨੂੰ ਸੁਣਿਆ ਜਾਵੇ। ਉਹ ਸਾਰੇ ਸੁਣਵਾਈ ਦੇ ਚੱਕਰ 'ਚ ਕਈ ਵਾਰੀ ਜ਼ਿਆਦਤੀਆਂ ਵੀ ਹੁੰਦੀਆਂ। ਸੋ ਸਰਕਾਰ ਤੇ ਸੰਗਠਨ ਦੇ ਵਿੱਚ ਜੇ ਸਮਾਨਾਂਤਰ ਸੋਚ ਬਣ ਜਾਏ ਤਾਂ ਫਿਰ ਪੰਗੇ ਪੈਂਦੇ ਆ। ਜੇ ਸਹਿਮਤੀ ਬਣ ਕੇ ਚੱਲੇ ਤਾਂ ਫਿਰ ਮੁੱਦੇ ਪਿੱਛੇ ਚਲੇ ਜਾਂਦੇ ਆ। ਸੋ ਇਹ ਔਖੀ ਘਾਟੀ ਸਰ ਕਰਨੀ, ਕਿਉਂਕਿ ਪਹਿਲਾਂ ਤਾਂ ਜਿਹੜੇ ਵੀ ਪ੍ਰਧਾਨ ਸੀਗੇ ਉਹ ਮੁੱਖ ਮੰਤਰੀ ਦੀ ਪੈੜ 'ਚ ਪੈਰ ਰੱਖ ਲੈਂਦੇ ਸੀ। ਜੋ ਅਗਲੇ ਨੇ ਕਿਹਾ ਮੰਨ ਲਿਆ, ਆਪਣੇ 2-4 ਕੰਮ ਹੋ ਜਾਂਦੇ ਆ, ਚੱਲ 2 ਜ਼ਿਲ੍ਹਿਆਂ ਦੇ ਡੀਸੀ ਲਵਾ ਲਓ, 2 ਦੇ ਐਸਐਸਪੀ ਲਵਾ ਲਓ। ਲੇਕਿਨ ਸਿੱਧੂ ਲਈ ਪੂਰੇ ਪੰਜਾਬ ਦੇ ਮਸਲਿਆਂ ਨੂੰ ਐਡਰੈਸ ਕਰਨਾ ਔਰ ਸਰਕਾਰ ਕੋਲ ਮਨਵਾਉਣਾ, ਤੇ ਖਾਸ ਤੌਰ ਤੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਿੱਧੂ ਆ, ਜੇ ਸਿੱਧੂ ਨੇ ਸਿੱਧੂ ਬਣੇ ਰਹਿਣਾ ਹੈ
ਤਾਂ ਫਿਰ ਉਹਨੂੰ ਆਪਣੀ ਉਹ ਇਮੇਜ ਤੇ ਉਹ ਅਕਸ ਸਾਫ਼ ਰੱਖਣਾ ਹੋਊਗਾ। ਤੇ ਇੰਜ ਲੱਗਦਾ ਹੁੰਦਾ ਕਿ ਸੱਤਾ 'ਚ ਰਹਿੰਦਿਆਂ ਜਾਂ ਤਾਂ ਤੁਸੀਂ ਹਰ ਹਾਲ 'ਚ ਪੂਰੇ ਪਾਵਰਫੁਲ ਹੋਵੋ, ਜੇ ਤੁਸੀਂ ਲਿਹਾਜ਼ਦਾਰੀਆਂ 'ਚ ਪੈਂਦੇ ਹੋ ਤੇ ਫਿਰ ਔਖਾ ਸਵਾਲ ਆ। ਮੈਂ ਜਾਂਦੇ ਜਾਂਦੇ ਸਿਰਫ ਇਹੀ ਟਿੱਪਣੀ ਲੈ ਕੇ ਖਤਮ ਕਰਨਾ ਕਿ ਸਿੱਧੂ ਸੰਕਟ 'ਚ ਹੈ। ਸਿੱਧੂ ਨੇ ਕੈਪਟਨ ਤਾਂ ਸਾਧ ਲੈਣਾ, ਹਾਈ ਕਮਾਂਡ ਨੇ ਕਿਹਾ ਕਿ ਗੱਲ ਤੋਰ ਦੇਣੀ ਆ, ਲੇਕਿਨ ਜਿਹੜਾ ਉਹ ਹਰਫਨਮੌਲਾ ਇਮੇਜ ਸੀ, ਉਹ ਖਾੜਕੂ ਛਵੀ ਸੀ, ਤੇ ਉਹ ਜਿਹੜਾ ਪੰਜਾਬ ਲਈ ਲੜਦਾ ਮਰਦਾ ਬੰਦਾ ਸੀ, ਉਹ ਕਿਤੇ ਸਿਆਸੀ ਭਾਰ ਥੱਲੇ ਦੱਬੀ ਨਾ ਜਾਵੇ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਜਦ ਤੱਕ ਤੁਸੀਂ ਜਨਤਾ ਹੋ ਤੇ ਤੁਸੀਂ ਕਿਸੇ ਨੂੰ ਵੀ ਗਾਲਾਂ ਕੱਢ ਸਕਦੇ ਹੋ। ਜਦ ਤੁਸੀਂ ਲੀਡਰ ਬਣ ਜਾਂਦੇ ਹੋ ਤੇ ਤੁਹਾਨੂੰ ਆਪਣੇ ਲੀਡਰਾਂ ਦਾ ਖਿਆਲ ਰੱਖਣਾ ਹੁੰਦਾ ਹੈ। ਹੁਣ ਜਿੱਦਾਂ ਬਲਬੀਰ ਸਿੱਧੂ ਉਹਨਾਂ ਦੇ ਘਰ ਅੱਜ ਸਿੱਧੂ ਉਹਨਾਂ ਗਏ ਸੀਗੇ, ਇਹਨਾਂ ਬਲਬੀਰ ਸਿੱਧੂ ਉਹਨਾਂ ਦੇ ਉੱਤੇ ਕੋਵਿਡ ਦੇ ਟਾਈਮ ਕਈ ਐਲੀਗੇਸ਼ਨਸ ਲੱਗੇ ਸੀਗੇ। ਉਹਨਾਂ ਐਲੀਗੇਸ਼ਨਾਂ ਦਾ ਜਵਾਬ ਅਗਰ ਸਿੱਧੂ ਪ੍ਰਧਾਨ ਹੁੰਦੇ ਤੇ ਸਿੱਧੂ ਉਹਨਾਂ ਨੂੰ ਵੀ ਦੇਣਾ ਪੈਂਦਾ। ਜਾਖੜ ਸਾਹਿਬ ਨੇ ਤਾਂ ਮੌਕਾ ਸੰਭਾਲ ਲਿਆ ਸੀ। ਸਿੱਧੂ ਉਹਨਾਂ ਦੀ ਨੇਚਰ ਇੱਦਾਂ ਦੀ ਹੈਗੀ ਹੈ, ਜੇ ਕਿਤੇ ਕੋਈ ਸਕੈਮ ਦੀ ਖਬਰ ਉਹਨਾਂ ਨੂੰ ਮਿਲ ਜਾਏ ਤੇ ਉਹ ਜਿੰਨੀ ਕੁ ਗੱਲ ਹੁੰਦੀ ਹੈ, ਉਹ ਕਿਸੇ ਦਾ ਬਚਾਵ ਅੱਜ ਤੱਕ ਤੇ ਹਜੇ ਤੱਕ ਕੀਤਾ ਨਹੀਂ ਉਹਨਾਂ ਨੇ। ਕਿਉਂਕਿ ਲੋਕਲ ਬੋਡੀਜ਼ ਡਿਪਾਰਟਮੈਂਟ ਦੇ ਵਿੱਚ ਵੀ ਜਦ ਉਹ ਮਿਨਿਸਟਰ ਸੀਗੇ, ਇਹ ਗੱਲ ਕਹੀ ਜਾਂਦੀ ਸੀ ਕਿ ਉਹਨਾਂ ਦੀ ਟੇਬਲ ਤੇ ਫਾਈਲਾਂ ਦਾ ਢੇਰ ਲੱਗ ਜਾਂਦਾ ਸੀ ਔਰ ਉਹ ਹਰ ਫਾਈਲ ਦੇ ਵਿੱਚ ਸਕੈਮ ਦੇਖਦੇ ਸੀਗੇ ਤੇ ਫਾਈਨਲੀ ਉਹ ਬਿਨਾਂ ਪੜ੍ਹੇ, ਯਾਨੀ ਖੁਦ ਉਹਨਾਂ ਫਾਈਲਾਂ ਨੂੰ ਨਹੀਂ ਪੜ੍ਹਦੇ ਸੀਗੇ। ਉਹਨਾਂ ਦੇ ਜਿਹੜੇ ਡਾਕਟਰ ਅਮਰ ਸਿੰਘ ਹੈਗੇ ਹੈ, ਉਹਨਾਂ ਦਿਨਾਂ 'ਚ ਉਹਨਾਂ ਦੇ ਨਾਲ ਹੁੰਦੇ ਸੀਗੇ ਜਿਹੜੇ ਫਤਿਹਗੜ੍ਹ ਸਾਹਿਬ ਦੇ MP ਹੈਗੇ ਨੇ, ਉਹ ਸਾਰੀ ਫਾਈਲਾਂ ਚੈੱਕ ਕਰਦੇ ਸੀ। ਯਾਨੀ ਕੰਮ ਕਰਨ ਦਾ ਸਟਾਈਲ ਵੀ ਚੇਂਜ ਕਰਨਾ ਪੈਣਾ। ਜੇ ਕੋਈ ਐਲੀਗੇਸ਼ਨ ਲੱਗਿਆ ਔਰ ਜਦ ਤੱਕ ਉਹ ਐਲੀਗੇਸ਼ਨ ਪ੍ਰੂਵ ਨਹੀਂ ਹੁੰਦਾ, ਤੁਹਾਨੂੰ ਸਰਕਾਰ ਦਾ, ਮੰਤਰੀਆਂ ਦਾ ਬਚਾਵ ਵੀ ਕਰਨਾ ਪੈਣਾ। ਪਰ ਉਹ ਬਚਾਵ ਕਰਨ ਦੀ ਜਿਹੜੀ ਨੇਚਰ ਹੈਗੀ ਹੈ, ਉਹ ਸਿੱਧੂ ਉਹਨਾਂ ਦੀ ਹਜੇ ਤੱਕ ਨਹੀਂ ਰਹੀ। ਔਰ ਅੱਗੇ ਚੱਲ ਕੇ ਕੀ ਉਹ ਕੈਪਟਨ ਸਰਕਾਰ ਦੀ ਕੀਤੀ ਹੋਈ ਗਲਤੀਆਂ ਦੇ ਮੁੱਦੇ ਦੇ ਉੱਤੇ ਵੀ ਐਜ਼ PPCC ਪ੍ਰਧਾਨ ਬਚਾਵ ਕਰਨਗੇ? ਇਹਦੇ ਉੱਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈਗਾ। ਆਖਰੀ ਲਾਈਨ ਮੈਂ ਇਹ ਸਮਝਣਾ ਚਾਹੂੰਗਾ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਪਹਿਲੇ ਇਹੋ ਜਿਹੇ ਪ੍ਰਧਾਨ ਹੋਣਗੇ ਜਿਨ੍ਹਾਂ ਨੂੰ ਐਜ਼ ਅ ਲੀਡਰ ਪ੍ਰਵਾਨ ਇਸ ਤਰੀਕੇ ਨਾਲ ਕੀਤਾ ਜਾਊਗਾ ਜੇ ਸਾਰੇ ਮੰਨ ਲੈਂਦੇ। ਕਿਉਂਕਿ ਜਿਸ ਤਰੀਕੇ ਦਾ ਸਵੇਰ ਦਾ ਰੌਲਾ ਰੱਪਾ ਚੱਲੀ ਜਾਂਦਾ ਹੈ ਕਿ ਇਹਦੇ ਘਰ ਉਹਦੇ ਮਗਰ ਮੀਡੀਆ ਤਾਮ-ਝਾਮ ਰੌਲਾ ਪੂਰਾ, ਮੈਨੂੰ ਇੰਝ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਲੀਡਰਸ਼ਿਪ ਬਦਲਣ ਦੀ ਕਵਾਇਦ ਚੱਲ ਰਹੀ ਹੋਵੇ। ਕਿਉਂਕਿ ਕੈਪਟਨ ਅਮਰਿੰਦਰ ਸਿੰਘ CM ਹੁੰਦਿਆਂ ਇਸ ਵੇਲੇ ਥੋੜਾ ਜਿਹਾ ਪਿੱਛੇ ਚਲੇ ਗਏ ਆ, ਤੇ ਜੇ ਸਿੱਧੂ ਇਸੇ ਹੀ ਰਫ਼ਤਾਰ ਨਾਲ ਅੱਗੇ ਵਧਦੇ ਆ ਤਾਂ ਤਾਜਪੋਸ਼ੀ ਵੇਲੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਨਾ ਬੇਤਾਜ ਬਾਦਸ਼ਾਹ ਤੇ ਅਣਐਲਾਨਿਆ ਲੀਡਰ, ਸੋ ਅਜੇ ਤੱਕ ਕਾਂਗਰਸ ਦੇ ਪ੍ਰਧਾਨ ਮੁੱਖ ਮੰਤਰੀ ਦੇ ਹੁੰਦਿਆਂ ਕਮਜ਼ੋਰ ਜੇ ਲੱਗਦੇ ਰਹੇ ਆ। ਇਸ ਵਾਰੀ ਪਹਿਲੀ ਵਾਰੀ ਹੋਊਗਾ ਕਿ ਇਹ ਪ੍ਰਧਾਨ ਮੁੱਖ ਮੰਤਰੀ ਨਾਲੋਂ ਵੱਡਾ ਲੀਡਰ ਨਜ਼ਰ ਆਊਗਾ। ਸਹਿਮਤ ਹੋ? ਬਿਲਕੁਲ ਸਹਿਮਤ ਹਾਂ। ਔਰ ਅੱਜ ਤੱਕ ਜਿੰਨੇ ਵੀ ਕਾਂਗਰਸ ਦੇ ਪ੍ਰਧਾਨ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਿਸੇ ਵੀ ਪ੍ਰਧਾਨ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬਹੁਤੀ ਬਣੀ ਨਹੀਂ। ਅਸੀਂ ਪਹਿਲੇ ਵੀ ਇੱਥੇ ਜ਼ਿਕਰ ਕਰ ਚੁੱਕੇ ਹਾਂ, ਪ੍ਰਤਾਪ ਸਿੰਘ ਬਾਜਵਾ ਉਹ ਲਾਸਟ ਪ੍ਰਧਾਨ ਸੀਗੇ ਜਿਨ੍ਹਾਂ ਨੂੰ ਉਹ ਲਾ ਕੇ ਉਹਨਾਂ ਦੇ ਖਿਲਾਫ ਚਿੱਠੀ ਲਿਖ ਕੇ ਸੋਨੀਆ ਗਾਂਧੀ ਨੂੰ ਡਰੱਗ ਦੇ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਘੇੜਦੇ ਹੋਏ ਉਸ ਤੋਂ ਬਾਅਦ ਉਹ ਪ੍ਰਧਾਨ ਬਣੇ ਸੀਗੇ। ਉਸ ਤੋਂ ਪਹਿਲੇ ਦੂਲੋ ਸਾਹਿਬ ਹੁੰਦੇ ਸੀ, ਮਹਿੰਦਰ ਸਿੰਘ KP ਵੀ ਹੁੰਦੇ ਸੀਗੇ, ਹੰਸਪਾਲ ਹੁੰਦੇ ਸੀਗੇ, ਉਹਨਾਂ ਦੇ ਨਾਲ ਵੀ ਉਹਨਾਂ ਦੀ ਬਹੁਤੀ ਨਹੀਂ ਬਣੀ। ਪਰ ਹੁਣ ਹਾਲਾਤ ਦੂਜੇ ਨੇ, ਪ੍ਰਧਾਨ ਸਟਰੋਂਗ ਨਜ਼ਰ ਆਉਂਦਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਥੱਲੇ ਨਜ਼ਰ ਆਉਂਦਾ ਹੈ। ਐਲੀਗੇਸ਼ਨ ਮੁੱਖ ਮੰਤਰੀ ਦੇ ਨਵੇਂ ਪ੍ਰਧਾਨ ਜਿਹੜੇ ਬਣੇ ਨੇ ਜਾਂ ਬੰਨੇ ਹੈਗੇ ਨੇ ਉਹ ਪਹਿਲੇ ਤੋਂ ਹੀ ਲਾ ਰਹੇ ਨੇ, ਤਾਂ ਉਸ ਐਲੀਗੇਸ਼ਨਸ ਨੂੰ ਅਚਾਨਕ ਹੀ ਬੰਦ ਕਰ ਦੇਣਾ, ਕਿਉਂਕਿ ਸਿੱਧੂ ਉਹਨਾਂ ਦੇ ਵਾਸਤੇ ਵੀ ਬੜਾ ਔਖਾ ਹੈ ਜੇ ਉਹਨਾਂ ਮੁੱਦਿਆਂ ਤੇ ਹੁਣ ਉਹ ਬਿਲਕੁਲ ਚੁੱਪੀ ਧਾਰ ਦਿੰਦੇ ਨੇ ਤੇ ਫਿਰ ਉਹਨਾਂ ਦੀ ਜਿਹੜੀ ਪਪੂਲੈਰਿਟੀ ਗ੍ਰਾਫ, ਜਿਹੜਾ ਕਹਿੰਦੇ ਨੇ ਕਾਂਗਰਸ ਨੇ ਇੰਟਰਨਲ ਸਰਵੇ ਕਰਾਇਆ ਸੀਗਾ ਜਿਹਦੇ ਵਿੱਚ ਉਹ ਬੜੇ ਪਪੂਲਰ ਲੀਡਰ ਬਣ ਕੇ ਉੱਭਰੇ, ਉਹ ਪਪੂਲੈਰਿਟੀ ਵੀ ਧਰੀ ਦੀ ਧਰੀ ਰਹਿ ਜਾਏਗੀ ਜੇ ਉਹ ਉਹਨਾਂ ਮੁੱਦਿਆਂ ਦੇ ਉੱਤੇ ਕੁਝ ਕੰਮ ਨਹੀਂ ਕਰਵਾ ਸਕਣਗੇ ਇਸ ਸਰਕਾਰ ਤੋਂ। ਭਾਸਕਰ ਸਾਹਿਬ ਬਹੁਤ ਮਿਹਰਬਾਨੀ। ਮੈਂ ਦਰਅਸਲ ਜਦੋਂ ਪ੍ਰੋਗਰਾਮ ਅਸੀਂ ਰਿਕਾਰਡ ਕਰਨਾ ਸੀ ਉਸ ਤੋਂ ਪਹਿਲਾਂ 1:35 ਦੇ ਲਗਭਗ ਮੁੱਖ ਮੰਤਰੀ ਦੇ ਨੇੜਲੇ ਹਲਕਿਆਂ ਚੋਂ ਜਿਹੜੇ ਸੱਤਾ ਦੇ ਗਲਿਆਰੇ ਉਹਨਾਂ 'ਚ ਝਾਕਣ ਦਾ ਯਤਨ ਕੀਤਾ ਸੀ ਅਸਿੱਧੇ ਰੂਪ 'ਚ, ਤੇ ਉਦੋਂ ਤੱਕ ਅਜੇ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਵੱਲੋਂ ਕਿਸੇ ਤਰ੍ਹਾਂ ਦੀ ਸਹਿਮਤੀ ਜਾਂ ਨਵਜੋਤ ਸਿੰਘ ਸਿੱਧੂ ਨਾਲ ਬਗਲਗੀਰ ਹੋਣ ਦੀ ਕੋਈ ਖਬਰ ਨੂੰ ਕੋਈ ਪੁਖਤਾ ਨਹੀਂ ਕੀਤਾ ਔਰ ਨਾ ਹੀ ਉੱਤੇ ਸਹਿਮਤੀ ਦਿੱਤੀ। ਅਜੇ ਤੱਕ ਵਿਰੋਧ ਦਾ ਸਿਲਸਿਲਾ ਸੀ 1:35 ਤੱਕ। ਉਦੋਂ ਤੱਕ ਹਰੀਸ਼ ਰਾਵਤ ਮੁੱਖ ਮੰਤਰੀ ਦੇ ਸਿਸਵਾ ਘਰ 'ਚ ਸੀ ਔਰ ਮੈਂ ਸਿਸਵਾ ਘਰ ਦੇ ਵਿੱਚ ਇੱਕ ਵੱਡੇ ਸਰੋਤ ਤੋਂ ਇਹ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਉਦੋਂ ਤੱਕ ਅਜੇ ਨਵਜੋਤ ਸਿੰਘ ਸਿੱਧੂ ਦਾ ਉੱਥੇ ਪਹੁੰਚਣਾ ਜਾਂ ਲਾਲ ਸਿੰਘ, ਬਲਬੀਰ ਸਿੰਘ, ਜਾਖੜ ਸਾਰਿਆਂ ਵੱਲੋਂ ਉਹਨੂੰ ਲੈ ਕੇ ਉੱਥੇ ਜਾਣਾ ਜਾਂ ਰਾਵਤ ਦਾ ਉਹਨੂੰ ਮੁੱਖ ਮੰਤਰੀ ਕੋਲ ਲੈ ਕੇ ਇਕੱਠਿਆਂ ਬਿਠਾਉਣ ਦਾ, ਇਸ ਸਿਲਸਿਲੇ 'ਚ ਮੁੱਖ ਮੰਤਰੀ ਕੈਂਪ
ਇਹਨੂੰ ਇਹਦੀ ਪੁਸ਼ਟੀ ਨਹੀਂ ਸੀ ਕਰ ਰਿਹਾ ਔਰ ਨਾ ਇਸ ਤਰ੍ਹਾਂ ਦੀ ਕਿਸੇ ਗੱਲ ਦੀ ਕੋਈ ਕਨਸੋ ਦੇ ਰਿਹਾ ਸੀ। ਉਹ ਕਹਿ ਰਹੇ ਸੀਗੇ ਕਿ ਅਜੇ ਸਟੇਟਸ ਕੋ ਆ, ਕੋਈ ਪ੍ਰਧਾਨਗੀ ਅਨਾਉਂਸ ਨਹੀਂ ਹੋਈ, ਨਾ ਅਜੇ ਹੋਣ ਦੀ ਸੰਭਾਵਨਾ ਹੈ। ਲੇਕਿਨ ਫਿਰ ਵੀ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ, ਮੈਨੂੰ ਲੱਗਦਾ ਸ਼ਾਮ ਤੱਕ ਕੋਈ ਨਾ ਕੋਈ ਖਬਰ ਤਾਂ ਅੱਗੇ ਵਧੂਗੀ। ਬਹੁਤ ਮਿਹਰਬਾਨੀ, ਅਸੀਂ ਫਿਰ ਜੁੜਦੇ ਹਾਂ ਜੇਕਰ ਕੋਈ ਅਹਿਮ ਖਬਰ ਸਾਹਮਣੇ ਆਉਂਦੀ ਹੈ। ਧੰਨਵਾਦ।